जिस धर्म ਨੂੰ ਦੁਨੀਆ ਮੱਥਾ ਟੇਕਦੀ ਆ, ਜਿਸ ਧਰਮ ਦੇ ਅੱਗੇ ਬੰਦੂਕ ਦੀ ਗੋਲੀ ਵੀ ਛੋਟੀ ਪੈਂਦੀ ਆ, ਉਹ ਧਰਮ ਨੂੰ ਬਾਰ-ਬਾਰ ਯੂਜ਼ ਕੀਤਾ। ਅੱਜ ਉਹ ਤਾਂ ਹੀ ਪਾਰਟੀ ਜਿਹੜੀ ਉਹ ਲੀਹ ਤੋਂ ਲੱਥੀ ਪਈ ਹੈ, ਵਰਨਾ ਇਹ ਪਾਰਟੀ ਨੂੰ ਹਰਾਉਣ ਵਾਲਾ ਕੌਣ ਹੈ। ਗੋਲੀਆਂ ਖਾਦੀਆਂ, ਜੇਲ੍ਹਾਂ 'ਚ ਗਏ, ਤੁਸੀਂ ਤੁਹਾਡੀ ਤਾਂ ਚੀਚੀ ਨੂੰ ਖੂਨ ਨਹੀਂ ਲੱਗਾ। ਤੁਸੀਂ ਕੀ ਕੀਤਾ ਇਹਦੇ ਲਈ? ਕਿ ਪ੍ਰਕਾਸ਼ ਸਿੰਘ ਬਾਦਲ ਇੰਨਾ ਨਿਕੰਮਾ ਤੇ ਨਕਾਰਾ ਸੀ ਸੀਐਮ ਕਿ ਇਹ ਤੋਂ ਇੱਕ ਪਿੰਡ ਦੇ ਵਿੱਚ ਵੰਗਾਰ ਕੇ ਪਾੜਿਆ ਗਿਆ, ਗੁਰੂ ਗ੍ਰੰਥ ਸਾਹਿਬ ਸਾੜਿਆ ਗਿਆ, ਪਾੜਿਆ ਗਿਆ, ਖਿਲਾਰਿਆ ਗਿਆ, ਤੇ ਤੇਰੇ ਤੋਂ ਉਹ ਦੋਸ਼ੀ ਨਾ ਲੱਭਾ। ਜੇ ਇਹ ਵੀ ਕਹਿ ਦੇ ਕਿ ਤੈਨੂੰ ਪਤਾ ਨਹੀਂ ਕਿਹੜੇ ਬੱਚਿਆਂ ਨੂੰ ਮਾਰਨ ਵਾਲੇ ਦੋਸ਼ੀ ਕਿਹੜੇ ਨੇ, ਇਹਨਾਂ ਤੇ ਕਿਹਾ ਨਾ ਉਹਦਾ ਕੱਖ ਨਾ ਰਵੇ, ਕਿਆ ਇਸ ਕਰਕੇ ਇਹਨਾਂ ਨੂੰ ਪਤਾ ਵੀ ਧਰਮ ਹੈ ਨਹੀਂ ਗਾ। ਤੇ ਉਦੋਂ ਤੈਨੂੰ ਪਤਾ ਲੱਗੂ ਜਦੋਂ ਤੇਰੀ ਮੜੀ ਤੇ ਦੀਵਾ ਜਗਾਉਣ ਵਾਲਾ ਨਹੀਂ ਰਹੂ ਕੋਈ। ਡੇਰਿਆਂ ਦੇ ਵਿੱਚ ਦਿੱਤੇ ਇਹਨਾਂ ਨੇ ਸਰੂਪ, ਉਹ ਸਲਿੱਪਾਂ ਪਾੜਦੀਆਂ। ਸਲਿੱਪਾਂ ਜਿਹੜੇ ਸੈਕਟਰੀ ਨੇ ਮੈਨੂੰ ਭੇਜੀਆਂ ਕਿ ਇੰਨੇ ਸਰੂਪ ਚੁਕਾ ਦਿਓ, ਉਹਨੂੰ ਪੁੱਛੋ ਕਿਹਦੇ ਕੋਲ ਗਏ, ਅਸੀਂ ਕਿਉਂ ਦੱਸੀਏ। 2 ਦਸਮ ਗ੍ਰੰਥ ਚੋਰੀ ਹੋ ਗਏ, 28 ਹੁਕਮਨਾਮੇ ਚੋਰੀ ਹੋ ਗਏ, 2 ਜਨਮ ਸਾਖੀਆਂ ਚੋਰੀ ਹੋ ਗਈਆਂ, ਅਲਮਾਰੀਆਂ ਖਾਲੀ ਪਈਆਂ। ਤੇਰੀ ਕਮੇਟੀ ਕੋ ਜਵਾਬ ਨਹੀਂ ਦੇ ਰਹੀ, ਹਾਈ ਕੋਰਟ ਜਵਾਬ ਮੰਗ ਰਿਹਾ, ਤੇ ਤੁਸੀਂ ਇਹਦੀ FIR ਕਿਉਂ ਨਹੀਂ ਕਰਾਉਂਦੇ? ਉਹੀ ਗਦਾਰਾਂ ਦਾ ਤੇ ਟੋਡੀਆਂ ਦਾ ਟੋਲਾ ਜਿਹੜਾ ਕੁੜਮ ਬਣ ਕੇ ਬਾਦਲ ਦਾ ਅੱਜ ਫੇਰ ਹੁਕਮ ਚਲਾ ਰਿਹਾ ਤੇ ਉਮਰਾਂ ਨੰਗਲ ਨੂੰ ਸਰੋਪੇ ਦਵਾ ਰਿਹਾ ਉੱਥੋਂ। ਮਾੜੀ ਜੀ ਗੱਲ ਇਹ ਕਾਂਗਰਸੀ ਜੀ, ਇਹ ਤੇ ਕਾਂਗਰਸੀ ਆ ਜੀ। 84 ਦੇ ਦੰਗੇ ਕਰਾਏ ਜੀ, ਤੇ 84 ਦੇ ਵਿੱਚ ਜਿਨ੍ਹਾਂ ਦੇ ਹੱਥ ਰੰਗੇ ਖੂਨ ਦੇ ਨਾਲ ਅਮਿਤਾਭ ਬੱਚਨ ਵਰਗਿਆਂ ਦੇ, ਉਹਨਾਂ ਤੋਂ ਖੇਹ ਖਾ ਰਹੇ ਨੇ 2-2 ਕਰੋੜ ਦੇ ਬਜਟ ਲੈ ਕੇ, ਚੈੱਕ ਲੈ ਕੇ, ਤੇ ਮਰ ਕਿਉਂ ਨਹੀਂ ਜਾਂਦੇ? ਸਾਡੇ ਕਾਤਲਾਂ ਤੋਂ ਸਾਨੂੰ ਪੈਸਾ ਲੈ ਕੇ ਤੇ ਸਾਡੇ ਸੰਸਥਾਵਾਂ ਸੰਭਾਲਦੀਆਂ ਉਹਨਾਂ ਨੂੰ। ਸਿੱਖ ਬੱਚੀ ਪ੍ਰਵੀਨ ਕੌਰ ਨਾਂ ਦੀ, ਉਹਨੂੰ ਉਹ ਰਾਮ ਰਹੀਮ ਦੇ ਕੇਸ ਦੇ ਵਿੱਚ ਇਸ ਬਾਦਲ ਨੇ ਹਰਿਆਣਾ ਦੀ ਪੁਲਿਸ ਨੂੰ ਫੜ ਕੇ ਫੜਾਇਆ, ਜਿਸ ਤਰ੍ਹਾਂ ਗਾਂ ਕਸਾਈਆਂ ਦੇ ਅੱਗੇ ਲਾ ਦਈਦੀ ਹੈ। ਇਹ ਸਾਡਾ ਖੈਰ ਖੁਆਹ ਹੈ। ਮੇਰੇ ਹੱਥ 'ਚ ਪਾਵਰ ਹੋਵੇ ਅਫਸਰ ਨਿਯੁਕਤ ਕਰਨ ਦੀ ਤੇ ਅੰਦਰ ਕਰਨ ਦੀ, ਤੇ ਮੈਂ ਦਿਲ ਤੇ ਹੱਥ ਰੱਖ ਕੇ ਕਿ ਸਿਰ ਤੇ ਹੱਥ ਰੱਖਾਂ, ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਰੱਖ ਕੇ ਕਹਿ ਦਿਆਂ ਵੀ ਮੈਂ ਕਰਨ ਜਾ ਰਿਹਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਬੱਲ। ਦੋਸਤੋ, ਸਿਆਸਤ ਦੀ ਜੇ ਮੈਂ ਗੱਲ ਕਰਾਂ ਤਾਂ ਸਿਆਸਤ ਇੱਕ ਐਸੀ ਚੀਜ਼ ਆ, ਮੈਂ ਕਹਿ ਸਕਦਾ ਕਿ ਐਸਾ ਦਲਦਲ ਹੈ, ਜਿੰਨਾ ਬੰਦਾ ਇਸ ਸਿਆਸਤ ਦੇ ਵਿੱਚ ਘੁਸਦਾ ਜਾਂਦਾ ਹੈ ਉਨਾ ਹੀ ਸੰਗੀਨ ਹੁੰਦੀ ਜਾਂਦੀ, ਉਨਾ ਹੀ ਮੁਸ਼ਕਿਲ ਹੁੰਦਾ ਜਾਂਦਾ ਇਸ ਨੂੰ ਸਮਝਣਾ। ਤੇ ਇਸੇ ਸਿਆਸਤ ਦੇ ਵਿੱਚ ਜੇ ਮੈਂ ਗੱਲ ਕਰਾਂ ਧਰਮ ਨੂੰ ਜੋੜ ਦਿੱਤਾ ਜਾਵੇ ਨਾਲ, ਜੇ ਇਸ ਸਿਆਸਤ ਦੇ ਨਾਲ ਧਰਮ ਨੂੰ ਜੋੜ ਦਿੱਤਾ ਜਾਵੇ ਫਿਰ ਤਾਂ ਮੈਂ ਕਹਿ ਸਕਦਾ ਕਿ ਸਮਝਣਾ ਦੁੱਗਣਾ ਤਿੱਗਣਾ ਮੁਸ਼ਕਿਲ ਹੋ ਜਾਂਦਾ ਹੈ। ਪਰ ਅਕਸਰ ਜਦ ਦੇਖਿਆ ਜਾਵੇ ਪੰਜਾਬ ਦੀ ਸਿਆਸਤ ਦੀ ਗੱਲ ਕਰਾਂ ਤਾਂ ਪੰਜਾਬ ਦੀ ਸਿਆਸਤ ਨਾਲ ਇਹ ਹੁੰਦਾ ਹੀ ਰਿਹਾ ਕਿ ਪਹਿਲਾਂ 84 ਹੰਢਾਈ, ਫਿਰ ਬੇਅਦਬੀ ਕਾਂਡ ਹੋਏ, ਗੁਰੂ ਦੀਆਂ ਬੇਅਦਬੀਆਂ ਹੋਈਆਂ। ਅਕਸਰ ਇਹਨਾਂ ਬੇਅਦਬੀਆਂ ਦੇ ਉੱਤੇ ਜਾਂ 84 ਦੇ ਕਾਂਡਾਂ ਉੱਤੇ ਜੇ ਆਪਾਂ ਕਹਿ ਸਕਦੇ ਹਾਂ ਕਿ 84 ਤੋਂ ਬਾਅਦ ਕਈ ਐਸੇ ਜਿਹੜੇ ਇਲੈਕਸ਼ਨ ਸੀਗੇ ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਜਿੱਤੇ ਗਏ। ਅਕਸਰ ਜਦ ਵੋਟਾਂ ਆਉਂਦੀਆਂ ਨੇ ਤਾਂ ਇਹਨਾਂ ਮੁੱਦਿਆਂ ਨੂੰ ਉਛਾਲ ਦਿੱਤਾ ਜਾਂਦਾ ਹੈ, ਲੋਕਾਂ ਦੇ ਅੱਗੇ ਕਰ ਦਿੱਤਾ ਜਾਂਦਾ ਹੈ, ਵੋਟ ਬਟੋਰ ਲਿੱਤੀ ਜਾਂਦੀ ਹੈ, ਪਰ ਉਸ ਤੋਂ ਬਾਅਦ ਵੀ ਕੋਈ ਵੀ ਇਨਸਾਫ ਜਿਹੜਾ ਪੀੜਤ ਪਰਿਵਾਰ ਨੂੰ ਨਹੀਂ ਮਿਲਦਾ। ਗੁਰੂ ਦੀ ਬੇਅਦਬੀ ਦੀ ਗੱਲ ਕਰਾਂ ਤਾਂ ਬੇਅਦਬੀਆਂ ਇੰਨੀਆਂ ਹੋ ਚੁੱਕੀਆਂ ਨੇ, ਚਾਹੇ ਉਹ ਕੈਪਟਨ ਸਰਕਾਰ ਦੀ ਹੀ ਗੱਲ ਕਰਾਂ, ਕਿ ਨਾ ਹੀ ਪੁੱਛਦਾ ਚੰਗਾ। ਮੇਰੇ ਨਾਲ ਇਸ ਸਮੇਂ ਭਾਈ ਰਣਜੀਤ ਸਿੰਘ ਜੀ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਸਾਰੇ ਵਿਸ਼ੇ ਦੇ ਉੱਤੇ ਕਿ ਧਰਮ ਨੂੰ ਸਿਆਸਤ ਦੇ ਨਾਲ ਅੱਜ ਕੱਲ੍ਹ ਕਿਉਂ ਜੁੜਨ ਲੱਗ ਗਈਆਂ ਨੇ ਸਿਆਸੀ ਪਾਰਟੀਆਂ। ਸਭ ਤੋਂ ਪਹਿਲਾਂ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾ ਸਵਾਲ ਭਾਈ ਸਾਹਿਬ ਮੇਰਾ ਇਹ ਹੋਊਗਾ ਕਿ ਜਿਵੇਂ ਮੈਂ ਸ਼ੁਰੂਆਤ ਹੀ ਗੱਲ ਕੀਤੀ ਕਿ ਧਰਮ ਨੂੰ ਜਦ ਆਪਾਂ ਸਿਆਸਤ ਦੇ ਨਾਲ ਜੋੜ ਦਿੰਦੇ ਹਾਂ ਤਾਂ ਇਸ ਨੂੰ ਸਮਝਣਾ ਹੋਰ ਔਖਾ ਹੋ ਜਾਂਦਾ ਹੈ। ਪਰ ਇਹਨਾਂ ਪਾਰਟੀਆਂ ਦੀ ਜੇ ਮੈਂ ਗੱਲ ਕਰਾਂ ਤਾਂ ਪਾਰਟੀਆਂ ਲਗਾਤਾਰ ਦੇਖੇ 84 ਪਹਿਲਾਂ 84 ਦੇ ਉੱਤੇ ਹੀ ਕਿੰਨੀਆਂ ਪਾਰਟੀਆਂ ਜਿਹੜੀਆਂ ਨੇ ਬਣੀਆਂ, 84 ਦੇ ਉੱਤੇ ਇਲੈਕਸ਼ਨਾਂ ਜਿੱਤੀਆਂ ਨੇ। ਉਸ ਤੋਂ ਬਾਅਦ ਹੁਣ ਇਹ ਬੇਅਦਬੀ ਕਾਂਡ ਜਿਹੜਾ ਹੋਇਆ 15 ਦੇ ਵਿੱਚ, ਹੁਣ ਇਹ ਬੇਅਦਬੀ ਦੇ ਉੱਤੇ ਵੀ ਆਪਾਂ ਦੇਖਿਆ ਜਾਵੇ ਹੁਣ 17 ਤੋਂ ਬਾਅਦ 17 ਦੇ ਵਿੱਚ ਇਹ ਮੁੱਦਾ ਉਛਾਲਿਆ ਜਾਂਦਾ ਹੈ, ਉਸ ਤੋਂ ਬਾਅਦ ਹੁਣ 22 ਦੀਆਂ ਚੋਣਾਂ ਦੇ ਵਿੱਚ ਇਹ ਮੁੱਦਾ ਉਛਾਲ ਦਿੱਤਾ ਜਾਂਦਾ ਹੈ। ਇਹ ਪਿਛਲੇ 4 ਸਾਲ ਇਹ ਮੁੱਦਾ ਕਿੱਥੇ ਸੀ? ਉਦੋਂ ਕਿਉਂ ਨਹੀਂ ਇਹਨਾਂ ਨੂੰ ਯਾਦ ਆਇਆ? ਅਸਲ 'ਚ ਸਾਡਾ ਦੁਖਾਂਤ ਇਹ ਆ ਕਿ ਜਿਹੜਾ ਸਾਡਾ ਧਰਮ ਆ, ਇਹਨੂੰ ਪਿੰਡੇ 'ਤੇ ਨਹੀਂ ਹੰਡਾਇਆ ਸਾਡੇ ਲੀਡਰਾਂ ਨੇ। ਇਹਨੂੰ ਨਾ ਸਮਝਿਆ, ਨਾ ਹੰਡਾਇਆ, ਨਾ ਹੰਡਾਉਣ ਨੂੰ ਤਿਆਰ ਨੇ। ਸੁੱਖ ਸਹੂਲਤਾਂ ਇਸ ਪਾਤਸ਼ਾਹੀ ਦੀਆਂ ਲੈ ਲਈਆਂ, ਇਸ ਪਾਤਸ਼ਾਹੀ ਦਾ ਪੈਸਾ ਭੋਗ ਲਿਆ, ਇਸ ਪਾਤਸ਼ਾਹੀ ਦੀਆਂ ਜ਼ਮੀਨ ਜਾਇਦਾਦਾਂ ਖਾ ਲਈਆਂ, ਪਰਿਵਾਰ ਵੱਡੇ ਕਰ ਲਏ, ਹੋਟਲ ਬਣ ਗਏ, ਬੱਸਾਂ ਬਣ ਗਈਆਂ, ਲੇਕਿਨ ਧਰਮ ਨਹੀਂ ਨਿਭਿਆ, ਧਰਮ ਦੇ ਨਾਲ ਨਹੀਂ ਨਿਭੇ। ਜਿਹੜਾ ਧਰਮ, ਜਿਸ ਧਰਮ ਨੂੰ ਦੁਨੀਆ ਮੱਥਾ ਟੇਕਦੀ ਆ, ਸਾਡੀ ਸਿੱਖ ਸੰਗਤ ਉੱਤੋਂ ਕੁਰਬਾਨ ਹੁੰਦੀ ਆ, ਜਿਸ ਧਰਮ ਦੇ ਅੱਗੇ, ਧਰਮ ਦੀ ਗੋਲੀ ਦੇ ਅੱਗੇ ਬੰਦੂਕ ਦੀ ਗੋਲੀ ਵੀ ਛੋਟੀ ਪੈਂਦੀ ਆ,
ਉਹ ਧਰਮ ਨੂੰ ਬਾਰ-ਬਾਰ ਯੂਜ਼ ਕੀਤਾ, ਉਹਦਾ ਮਿਸਯੂਜ਼ ਕੀਤਾ ਆਪਣਾ ਸਵਾਰਥ ਸਿੱਧ ਕਰਨ ਲਈ। ਆਪਣਾ ਸਵਾਰਥ ਜਦੋਂ ਸਿੱਧ ਹੋ ਗਿਆ ਤਾਂ ਉਦੋਂ ਫਿਰ ਹੋਊ ਭਰੇ, ਫਿਰ ਦੇਖਾਂਗੇ। ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੈ ਸਾਡੀਆਂ ਲੀਡਰਾਂ ਨੇ ਕੀਤਾ, ਜਿਹਦੀ ਵਜ੍ਹਾ ਨਾਲ ਅੱਜ ਲੀਹ ਤੋਂ ਲੱਥੇ ਪਏ ਨੇ, ਅੱਜ ਆਪਣੀ ਜ਼ਮੀਨ ਤਲਾਸ਼ਦੇ ਪਏ ਨੇ ਕਿ ਅਸੀਂ ਦੁਬਾਰਾ ਕਿਵੇਂ ਆਉਣਾ, ਦੁਬਾਰਾ ਕਿਵੇਂ ਧੋਖਾ ਦੇਣਾ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਅਜੇ ਵੀ ਉਹ ਸੰਗਤ ਨੂੰ ਧੋਖਾ ਦੇਣ ਦੇ, ਝੂਠ ਬੋਲ ਕੇ ਗੁੰਮਰਾਹ ਕਰਨ ਦੇ ਉਹ ਰਾਹ ਲੱਭਦੇ ਪਏ ਨੇ। ਅਜੇ ਵੀ ਉਹਨਾਂ ਨੂੰ ਅਕਲ ਨਹੀਂ ਆ ਰਹੀ ਵੀ ਅਸੀਂ ਕਿਤੇ ਕੋਈ ਗੁਨਾਹ ਕਰ ਲਿਆ ਤੇ ਉਹਨਾਂ ਨੂੰ ਬਖਸ਼ਾ ਲਈਏ, ਛੱਡੀਏ ਸਿਆਸਤ ਨੂੰ। 15 ਦੇ ਵਿੱਚ ਜਦ ਮੈਂ ਕਹਾਂ ਕਿ ਜਦ ਬੇਅਦਬੀ ਹੋਈ ਸੀ ਗੁਰੂ ਸਾਹਿਬਾਨ ਦੇ, ਜਿਹੜੇ ਪਾਵਨ ਸਰੂਪ ਸੀ ਉਹ ਸਾੜੇ ਜਾਂਦੇ ਨੇ, ਬੇਅਦਬੀ ਹੁੰਦੀ ਹੈ ਗੁਰੂ ਸਾਹਿਬਾਨ ਦੀ, ਤਾਂ ਉਸ ਸਮੇਂ ਜਿਹੜੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਸੀ, ਦੇਖਿਆ ਜਾਵੇ 17 ਦੇ ਵਿੱਚ ਜਿਹੜਾ ਤਕਰੀਬਨ 2-3 ਸਾਲ ਦਾ ਜਿਹੜਾ ਸਮਾਂ ਜਿਹੜਾ ਸੀਗਾ ਉਹ ਇੱਦਾਂ ਹੀ ਬਾਦਲ ਸਰਕਾਰ ਦਾ ਰਿਹਾ। ਪਰ ਉਸ ਦੇ ਵਿੱਚ ਵੀ ਕੋਈ ਉਹਨਾਂ ਤੋਂ ਜਿਹੜੇ ਦੋਸ਼ੀ ਸੀਗੇ ਫੜੇ ਨਹੀਂ ਜਾਂਦੇ। ਹਾਲਾਂਕਿ ਜਿਹਨੂੰ ਆਪਾਂ ਇੱਕ ਰੱਬ ਰੂਪੀ ਚੀਜ਼ ਮੰਨਦੇ ਹਾਂ, ਆਪਣਾ ਸਭ ਕੁਝ ਨਸ਼ਾਵਰ ਕਰ ਦਿੰਦੇ ਹਾਂ, ਉਸ ਚੀਜ਼ ਦੀ ਬੇਅਦਬੀ ਜਿਹੜੇ ਦੋਸ਼ੀ ਨੇ ਉਹ ਹਜੇ ਵੀ ਜਿਹੜੇ ਖੁੱਲ੍ਹੇ ਘੁੰਮਦੇ ਨੇ। ਅਤੇ ਉੱਥੇ ਜੇ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ, ਸੁਖਬੀਰ ਸਿੰਘ ਬਾਦਲ ਉਹਨਾਂ ਦੀ, ਤਾਂ ਉਹ ਕਹਿੰਦੇ ਨੇ ਕਿ ਸਾਡੀ ਪੰਥਕ ਪਾਰਟੀ ਹੈ, 100 ਸਾਲ ਤੋਂ ਸਾਨੂੰ ਉੱਤੇ ਹੋ ਗਏ, ਅਸੀਂ ਤਾਂ ਆਪਣਾ ਸਭ ਕੁਝ ਨਸ਼ਾਵਰ ਕਰਤਾ ਇਸ ਪਾਰਟੀ 'ਤੇ। ਪਾਰਟੀ ਜਿਹੜੀ ਆ ਨਾ ਉਹਦੇ ਤੋਂ ਬਹੁਤ ਕੁਝ ਲੈ ਕੇ ਪੰਥ ਨੂੰ ਨਿਸ਼ਾਵਰ ਕਰ ਦਿੱਤਾ। ਅੱਜ ਉਹ ਤਾਂ ਹੀ ਪਾਰਟੀ ਜਿਹੜੀ ਉਹ ਲੀਹ ਤੋਂ ਲੱਥੀ ਪਈ ਹੈ, ਤਾਂ ਹੀ ਉਸ ਪਾਰਟੀ ਦੇ 12 ਜਾਂ 13 MLA ਆ ਰਹੇ ਨੇ, ਵਰਨਾ ਇਹ ਪਾਰਟੀ ਨੂੰ ਹਰਾਉਣ ਵਾਲਾ ਕੌਣ ਹੈ? ਇਹ ਪਾਰਟੀ ਦਾ ਨਾਂ ਲੈ ਕੇ 100 ਸਾਲ ਪੁਰਾਣੀ ਪਾਰਟੀ, 100 ਸਾਲ ਪੁਰਾਣੀ ਪਾਰਟੀ ਸਾਡੇ ਬਜ਼ੁਰਗਾਂ ਦੀ ਆ। ਇਹਦੇ ਲਈ ਸ਼ਹਾਦਤਾਂ ਹੋਈਆਂ, ਇਹਦੇ ਲਈ ਸਿਧਾਂਤ ਮਿਥੇ ਗਏ, ਉਹਨਾਂ ਸਿਧਾਂਤਾਂ ਦੀ ਪਾਲਣਾ ਕਰਦਿਆਂ ਜੁਰਮਾਨੇ ਭਰੇ, ਜ਼ਮੀਨਾਂ ਕਰਵਾਈਆਂ, ਗੋਲੀਆਂ ਖਾਧੀਆਂ, ਜੇਲ੍ਹਾਂ 'ਚ ਗਏ। ਤੁਹਾਡੀ ਤਾਂ ਚੀਚੀ ਨੂੰ ਖੂਨ ਨਹੀਂ ਲੱਗਾ। ਤੁਸੀਂ ਕੀ ਕੀਤਾ ਇਹਦੇ ਲਈ? ਤੁਸੀਂ ਬਾਦਸ਼ਾਹਤ ਲੈ ਲਈ ਸਿੱਖਾਂ ਦੀ, ਜਿਹੜੀ ਬਾਦਸ਼ਾਹ ਨੂੰ ਬਣਾਉਣ ਲਈ ਦਸਮ ਪਾਤਸ਼ਾਹ ਜੀ ਨੇ 240 ਸਾਲ ਲਾਏ। ਉਹਨਾਂ ਦੇ ਗੁਰੂ ਦਾਦਾ ਪੜਦਾਦਾ ਸ਼ਹੀਦ ਹੋਏ, ਗੁਰਪਿਤਾ ਸ਼ਹੀਦ ਹੋਏ, ਮਾਸੂਮ ਬੱਚੇ ਸ਼ਹੀਦ ਹੋਏ। ਸ਼ਹਾਦਤ ਤੋਂ ਬਾਅਦ ਇੱਕ ਸਲਤਨਤ 7 ਸਦੀਆਂ ਦੀ ਉਹਨੂੰ ਮਿੱਟੀ 'ਚ ਰੋਲਤਾ ਬੰਦਾ ਸਿੰਘ ਬਹਾਦਰ ਨੇ। ਤੋ ਦਸਮ ਪਾਤਸ਼ਾਹ ਦੀ ਕਿਰਪਾ ਨਾਲ ਸਾਡਾ ਜਿਹੜਾ ਧਰਮ ਪ੍ਰਫੁੱਲਤ ਹੋਇਆ, ਅੱਜ ਉੱਥੇ ਜੋਤ ਜਗਦੀ ਆ, ਉੱਥੇ ਦੀਵਾ ਜਗਦਾ। ਜਿਹੜਾ ਬਾਦਸ਼ਾਹ ਜਿਹੜਾ ਹਿੰਦੁਸਤਾਨ ਦਾ ਸਮਰਾਟ ਸੀ, ਅੱਜ ਉਹਦੀ ਕਬਰ 'ਤੇ ਕੁੱਤੇ ਪਿਸ਼ਾਬ ਕਰਦੇ ਆ। ਤੋ ਇਹ ਨੇਕੀ ਬਦੀ ਦੀਆਂ ਕਹਾਣੀਆਂ ਜਿਹੜੀਆਂ ਉਹ ਜੱਦੋ ਜਹਿਦ ਦੇ ਵਿੱਚੋਂ ਜਿਹੜੀਆਂ ਨਿਕਲੀਆਂ, ਉਦੋਂ ਤੱਕ ਇਹ ਪੂਜਾ ਦੇ ਯੋਗ ਸੀ। ਪਰ ਜਦੋਂ ਤੁਸੀਂ ਔਰੰਗਜ਼ੇਬ ਵਾਲੇ ਘਰ ਹੀ ਸ਼ੁਰੂ ਕਰ ਲਏ ਕੰਮ, ਉਦੋਂ ਇਸ ਪਾਰਟੀ ਨੂੰ ਕੌਣ ਪੂਜੂਗਾ? ਪਰ ਉੱਥੇ ਪ੍ਰਕਾਸ਼ ਸਿੰਘ ਬਾਦਲ ਦੀ ਜੇ ਮੈਂ ਗੱਲ ਕਰਾਂ, ਸੁਖਬੀਰ ਸਿੰਘ ਬਾਦਲ ਇੰਟਰਵਿਊ ਦੇ ਵਿੱਚ ਤਾਂ ਕਹਿੰਦੇ ਨੇ ਕਿ ਅਸੀਂ ਤਾਂ ਪੂਰਾ ਜ਼ੋਰ ਲਗਾ ਦਿੱਤਾ ਸੀਗਾ ਫੜਨ ਵਾਸਤੇ। ਅਸੀਂ ਜਿਹੜੇ ਸੀ ਨਾਲ ਦੇ ਜਿਹੜੇ ਪਿੰਡ ਸੀਗੇ ਉਹ ਸਾਰੇ ਸੀਲ ਕਰਤੇ, ਵੀ ਕੋਈ ਵੀ ਜਿਹੜਾ ਬੰਦਾ ਅੰਦਰ ਨਾ ਆ ਸਕੇ, ਬਾਹਰ ਨਾ ਆ ਸਕੇ। ਫਿਰ ਕਮੀ ਕਿੱਥੇ ਰਹਿ ਗਈ? ਫਿਰ ਉਹੀ ਮੈਂ ਹੀ ਸਵਾਲ ਕਰਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਇੰਨਾ ਨਿਕੰਮਾ ਅਤੇ ਨਕਾਰਾ ਸੀ CM ਕਿ ਇਹ ਤੋਂ ਇੱਕ ਪਿੰਡ ਦੇ ਵਿੱਚ ਵੰਗਾਰ ਕੇ ਪਾੜਿਆ ਗਿਆ, ਗੁਰੂ ਗ੍ਰੰਥ ਸਾਹਿਬ ਸਾੜਿਆ ਗਿਆ, ਪਾੜਿਆ ਗਿਆ, ਖਿਲਾਰਿਆ ਗਿਆ, ਅਤੇ ਤੇਰੇ ਤੋਂ ਉਹ ਦੋਸ਼ੀ ਨਾ ਲੱਭਾ। ਅਤੇ ਜਿਹੜਾ ਦੋਸ਼ੀ ਤੈਨੂੰ ਦੱਸ ਰਹੇ ਸੀ ਲੋਕ ਕਿ ਦੋਸ਼ੀ ਹੈ, ਤੂੰ ਉਹਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ, ਤੂੰ ਉਹਨੂੰ ਪਾਲਿਆ ਬੁੱਕਲ 'ਚ ਲੈ ਕੇ, ਉਹਦਾ ਵਾਲ ਨਹੀਂ ਵਿੰਗਾ ਹੋਣ ਦਿੱਤਾ। ਜੇ ਇਹ ਵੀ ਕਹਿ ਦੇ ਕਿ ਤੈਨੂੰ ਪਤਾ ਨਹੀਂ ਕਿਹੜੇ ਬੱਚਿਆਂ ਨੂੰ ਮਾਰਨ ਵਾਲੇ ਦੋਸ਼ੀ ਕਿਹੜੇ ਨੇ, ਤੂੰ ਕਹਤਾ ਲਾਪਤਾ ਪੁਲਿਸ ਜਿਹੜੀ ਆ ਉਹਨਾਂ ਨੇ ਮਾਰ ਦਿੱਤੇ ਹੋਣਗੇ। ਵੀ ਜੇ ਤੂੰ ਐਜ਼ CM ਕਹੇਗਾ ਤਾਂ ਵੀ ਇਹ ਤੇਰੀ ਪੁਲਿਸ ਦਾ ਹੀ ਤੈਨੂੰ ਪਤਾ ਨਹੀਂ ਕਿਹਨੂੰ ਮਾਰ ਗਈ ਅਤੇ ਕਿਉਂ ਮਾਰ ਗਈ, ਅਤੇ ਤੂੰ CM ਬਣਦੇ ਲੈ ਕੇ। ਤੋ ਇਹਨਾਂ ਨੇ ਇਹ ਸਾਰੀ ਖੇਡ ਜਿਹੜੀ ਆ ਨਾ, ਰਾਮ ਰਹੀਮ ਨੂੰ ਪ੍ਰੋਟੈਕਸ਼ਨ ਦੇਣ ਲਈ, ਰਾਮ ਰਹੀਮ ਨੂੰ ਹੀਰੋ ਬਣਾਉਣ ਲਈ, ਰਾਮ ਰਹੀਮ ਦੀਆਂ ਵੋਟਾਂ ਲੈਣ ਲਈ ਗੁਰੂ ਘਰ ਨੂੰ ਦਾਅ 'ਤੇ ਲਾ ਕੇ ਕੀਤੀ। ਹਾਂ, ਕਿਤੇ ਨਾ ਕਿਤੇ ਇਹ ਚੀਜ਼ ਰਿਲੇਟ ਕਰਦੇ ਆ, ਕਿਉਂਕਿ ਉਸੇ ਟਾਈਮ ਦੇ ਵਿੱਚ ਗੁਰੂ ਸਾਹਿਬਾਨ ਦੀ ਬੇਅਦਬੀ ਹੋਣੀ, MSG ਰਿਲੀਜ਼ ਹੋਣਾ, ਵੋਟਾਂ ਆਉਣੀਆਂ, ਇਹ ਸਾਰਾ ਨੂੰ ਇੱਕ ਵੋਟ ਬੈਂਕ ਇਕੱਠਾ ਕੀਤਾ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਦਾਅ 'ਤੇ ਲਾ ਕੇ ਇਹਨਾਂ ਨੇ ਖੇਡ ਖੇਡੀ ਹੈ, ਉਹਦਾ ਖਮਿਆਜਾ ਇਸ ਪਰਿਵਾਰ ਨੂੰ ਭੁਗਤਣਾ ਪੈਣਾ। ਇਹਨਾਂ ਤੇ ਕਿਹਾ ਨਾ ਉਹਦਾ ਕੱਖ ਨਾ ਰਵੇ, ਕਿਆ ਇਸ ਕਰਕੇ ਇਹਨਾਂ ਨੂੰ ਪਤਾ ਵੀ ਧਰਮ ਹੈ ਨਹੀਂ ਗਾ, ਗੁਰੂ ਵੀ ਕਿਤੇ ਹੈ ਨਹੀਂ ਗਾ, ਲੇਕਿਨ ਗੁਰੂ ਸਮਰੱਥਿਆ ਤੇਰੇ ਅੰਦਰ ਬੈਠਾ, ਅਤੇ ਉਦੋਂ ਤੈਨੂੰ ਪਤਾ ਲੱਗੂ ਜਦੋਂ ਤੇਰੀ ਮੜੀ 'ਤੇ ਦੀਵਾ ਜਗਾਉਣ ਵਾਲਾ ਨਹੀਂ ਰਹੂ ਕੋਈ। ਫਿਰ ਐਸੇ ਮੈਂ ਭਾਈ ਸਾਹਿਬ ਇਹ ਜ਼ਰੂਰ ਪੁੱਛੂੰਗਾ ਵੀ ਐਸੇ ਬਿਆਨ ਇਹ ਕਿਵੇਂ ਦੇ ਦਿੰਦੇ ਨੇ ਲੋਕਾਂ ਨੂੰ ਕਿ ਕੱਖ ਨਾ ਰਹੇ ਬੇਅਦਬੀ ਕਰਨ ਵਾਲੇ ਦਾ, ਕਰਾਉਣ ਵਾਲੇ ਦਾ, ਅਤੇ ਇਹਨਾਂ ਦੇ ਇਸ ਮੁੱਦੇ 'ਤੇ ਸਿਆਸਤ ਕਰਨ ਵਾਲੇ ਦਾ। ਆਰਾਮ ਨਾਲ ਤੇ ਯਕੀਨ ਕਰ ਸਕਦੇ ਇਸ ਗੱਲ 'ਤੇ, ਉਹਨਾਂ ਦੀ ਜਾਨ ਛੁੱਟ ਜਾਂਦੀ ਹੈ। ਫਿਰ ਇੱਥੇ ਕਿਤੇ ਨਾ ਕਿਤੇ ਮੈਂ ਗੱਲ ਤੇ ਆ ਵੀ ਜੇ
ਤੈਨੂੰ ਲੱਗਦਾ ਵੀ ਤੂੰ ਨਹੀਂ ਕਰਵਾਈ ਤੇ ਸਰਕਾਰ ਤੇਰੀ 3 ਸਾਲ ਤੋਂ ਬਾਅਦ 'ਚ ਹੋਮ ਮਿਨਿਸਟਰ ਰਿਹਾ, ਤੇਰਾ ਪਿਓ ਚੀਫ ਮਿਨਿਸਟਰ ਸੀਗਾ, ਤੇ ਕਿਹਨੂੰ ਦੋਸ਼ੀ ਪਾਇਆ ਤੁਸੀਂ? ਕਿਹਨੂੰ ਦੋਸ਼ੀ ਮੰਨਿਆ? ਜੇ ਤੁਸੀਂ ਸਿੱਟ ਬਣਾਈ ਖੱਟੜੇ ਵਾਲੀ ਤੇ ਉਹ ਨਹੀਂ ਮੰਨੀ, ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਬਣਾਈ ਉਹ ਨਹੀਂ ਮੰਨੀ, ਤੁਸੀਂ ਲਿਚ ਗੜਚੀਆਂ ਕਰਕੇ ਤੇ ਭਾਈਵਾਲੀਆਂ ਪਾ ਕੇ ਜੱਜਾਂ ਨਾਲ ਤੇ ਆਪ ਬਾਹਰ ਬੈਠੇ ਕਲੀਨ ਹੋਈ ਜਾਂਦੇ ਹੋ ਤੇ ਵਿਕਟਰੀ ਬਣਾਉਂਦੇ ਹੋ ਕਿ ਅਸੀਂ ਜਿੱਤ ਗਏ, ਗੁਰੂ ਗ੍ਰੰਥ ਸਾਹਿਬ ਤੋਂ ਜਿੱਤ ਗਏ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਤੁਹਾਨੂੰ ਦੱਸੋਗੇ ਤੁਸੀਂ ਕਿੱਥੇ ਖੜ੍ਹੇ ਹੋ, ਤੁਹਾਡੀ ਪਾਇਆ ਕੀ ਆ, ਤੁਹਾਡੇ ਵਜੂਦ ਕੀ ਨੇ, ਤੁਹਾਡੀਆਂ ਦੁਕਾਨਾਂ ਕਦੋਂ ਤੱਕ ਚੱਲਣਗੀਆਂ। ਇੱਕ ਸਮਾਂ ਸੀ ਆਪਾਂ ਜਿਸ ਨੂੰ ਆਪਣਾ ਸਭ ਕੁਝ ਮੰਨਦੇ ਆ। ਮੇਰੇ ਖਿਆਲ ਨਾਲ ਸਿੱਖ ਪੰਥ ਇੱਕ ਐਸਾ ਪੰਥ ਹੈ ਜਿਹੜਾ ਹਰ ਇੱਕ ਜੇ ਵਿਪਦਾ ਪੈਂਦੀ ਹੈ ਤਾਂ ਉੱਥੇ ਪਹੁੰਚਦਾ ਆ, ਮਦਦ ਕਰਦੇ ਨੇ। ਉਸੇ ਪੰਥ ਦੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ, ਆਪਾਂ ਉਹਨਾਂ ਨੂੰ ਗੁਰੂ ਮੰਨਦੇ ਆ ਆਪਣਾ, ਉਸੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਸਰੂਪ ਸਾੜੇ ਜਾਂਦੇ ਨੇ। ਐਸਾ ਟਾਈਮ ਆ ਗਿਆ, ਐਸਾ ਮਾੜਾ ਟਾਈਮ ਆ ਗਿਆ ਵੀ ਜਿਹੜੇ ਸਿਆਸਤਦਾਨ ਨੇ ਵੀ ਆਪਣੀ ਕੁਰਸੀਆਂ ਵਾਸਤੇ ਵੀ ਗੁਰੂ ਸਾਹਿਬਾਨ ਨੂੰ ਵੀ ਕੁਝ ਨਹੀਂ ਮੰਨਦੇ। ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਨਾਲ ਇਹਨਾਂ ਨੇ ਖਿਲਵਾੜ ਕੀਤਾ ਹੈ ਤੇ ਬਾਰ-ਬਾਰ ਕੀਤਾ ਹੈ। ਕਿਤੇ ਡੇਰਿਆਂ ਦੇ ਵਿੱਚ ਦਿੱਤੇ ਇਹਨਾਂ ਨੇ ਸਰੂਪ ਹੁਕਮ ਦੇ ਕੇ ਕਮੇਟੀ 'ਚ, ਉਹ ਸਲਿੱਪਾਂ ਪਾੜਤੀਆਂ। 328 ਸਰੂਪ ਅੱਜ ਕਮੇਟੀ 'ਚੋਂ ਜਾਣ ਤੇ ਪਤਾ ਨਾ ਹੋਵੇ ਕਿੱਥੇ ਗਏ। ਉਹ ਜਿਹੜਾ ਮੈਨੇਜਰ ਸੀ ਉਹਨੇ ਕਿਹਾ ਸਲਿੱਪਾਂ ਦੱਸਦੀਆਂ ਨੇ, ਸਲਿੱਪਾਂ ਜਿਹੜੇ ਸੈਕਟਰੀ ਨੇ ਮੈਨੂੰ ਭੇਜੀਆਂ ਕਿ ਇੰਨੇ ਸਰੂਪ ਚੁਕਾ ਦਿਓ, ਉਹਨੂੰ ਪੁੱਛੋ ਕਿਹਦੇ ਕੋਲ ਗਏ, ਅਸੀਂ ਕਿਉਂ ਦੱਸੀਏ ਜਾਂ ਕਿੱਥੇ ਗਏ, ਸਾਨੂੰ ਕੀ ਪਤਾ। ਉਸ ਤੋਂ ਇਲਾਵਾ 500 ਸਰੂਪ ਦੇ ਜਿਹੜਾ ਹੱਥ ਲਿਖ ਸਰੂਪ ਆ, ਉਹਦੇ ਵਿੱਚ 28 ਹੁਕਮਨਾਮੇ ਹੱਥ ਲਿਖਤ ਨੇ। ਸਾਡਾ ਕੀਮਤੀ ਸਰਮਾਇਆ ਜਿਹੜਾ ਫੌਜ ਲੈ ਗਈ ਸੀ ਉਹ ਨਹੀਂ ਮਿਲ ਰਿਹਾ ਅੱਜ। ਹਾਈ ਕੋਰਟ 2004 ਤੋਂ ਪੁੱਛ ਰਿਹਾ ਹਰੇਕ ਪ੍ਰਧਾਨ ਨੂੰ ਇਹ ਕਿੱਥੇ ਗਿਆ, ਅਸੀਂ ਲੱਭ ਰਹੇ ਹਾਂ ਜੀ। ਅਜੇ ਕਦੀ ਕਰੋਨਾ ਆ ਗਿਆ ਜੀ, ਅਸੀਂ ਟੀਮ ਭੇਜੀ ਹੈ ਜੀ, ਅਸੀਂ ਲੱਭ ਰਹੇ ਹਾਂ ਜੀ। ਇਹ ਸਾਡਾ, ਇਸ ਬੰਦੇ ਨੇ ਸਾਡਾ ਬੜਾ ਬੇਸ਼ਕੀਮਤ ਸਰਮਾਇਆ, ਸਾਡੀ ਜਿੰਦ, ਸਾਡੀ ਕੌਮ ਦੀ ਰੂਹੇ ਰਵਾਂ, ਸਾਡੀ ਆਤਮਾ, ਉਹ ਵੇਚ ਛੱਡੀ ਆਪਣੇ ਦੁਸ਼ਮਣਾਂ ਨੂੰ। ਨਹੀਂ ਤਾਂ ਤੁਸੀਂ ਦੱਸੋ 500 ਸਰੂਪ ਹੱਥ ਲਿਖਤ ਨੇ, ਉਹਨਾਂ 'ਚ ਕੋਈ ਚੋਰੀ ਹੋ ਸਕਦਾ, 1 ਹੋ ਸਕਦਾ, 2 ਹੋ ਸਕਦੇ, 10 ਹੋ ਸਕਦੇ। 502 ਸਰੂਪ ਚੋਰੀ ਹੋ ਗਏ, 2 ਦਸਮ ਗ੍ਰੰਥ ਚੋਰੀ ਹੋ ਗਏ, 28 ਹੁਕਮਨਾਮੇ ਚੋਰੀ ਹੋ ਗਏ, 2 ਜਨਮ ਸਾਖੀਆਂ ਚੋਰੀ ਹੋ ਗਈਆਂ, ਅਲਮਾਰੀਆਂ ਖਾਲੀ ਪਈਆਂ। ਤੇਰੀ ਕਮੇਟੀ ਕੋ ਜਵਾਬ ਨਹੀਂ ਦੇ ਰਹੀ, ਹਾਈ ਕੋਰਟ ਜਵਾਬ ਮੰਗ ਰਿਹਾ, ਤਾਂ ਤੁਸੀਂ ਇਹਦੀ FIR ਕਿਉਂ ਨਹੀਂ ਕਰਾਉਂਦੇ? ਪਰ ਕਿਤੇ ਨਾ ਕਿਤੇ ਜ਼ਿੰਮੇਵਾਰ ਤੁਸੀਂ ਕੈਪਟਨ ਸਰਕਾਰ ਨੂੰ ਨਹੀਂ ਮੰਨਦੇ, ਕਿਉਂਕਿ ਉਹ ਵੀ ਤਾਂ ਚਾਹੁੰਦੇ ਸੀ। ਹੁਣ 4 ਸਾਲ ਜਿਹੜੇ ਹੋ ਚੁੱਕੇ ਨੇ ਇਹਨਾਂ ਨੂੰ, ਤਕਰੀਬਨ 8-9 ਮਹੀਨੇ ਹੋ ਗਏ, ਉਹ ਚਾਹੁੰਦੇ ਤਾਂ ਸ਼ਾਇਦ ਕੈਪਟਨ ਸਰਕਾਰ ਵੀ ਉਹਨਾਂ ਦੋਸ਼ੀਆਂ ਨੂੰ ਫਾੜ ਹੀ ਸਕਦੇ ਸੀ। ਦੇਖੋ ਜੀ, ਇਹ ਤੇ ਬੜੇ ਆਰਾਮ ਨਾਲ ਇੰਨਾ ਚਿਰ ਨੂੰ ਤੇ ਇਹ ਪਿਓ ਪੁੱਤ ਅੰਦਰ ਹੋਣੇ ਚਾਹੀਦੇ ਸੀ। ਮੁੱਕਦੀ ਗੱਲ ਇਹ ਆ, ਇਹ ਜਸਟਿਸ ਇਹ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਅੰਦਰ ਹੁੰਦੇ ਅੱਜ, ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਅੱਜ ਅੰਦਰ ਹੁੰਦੇ, ਤਾਂ ਕਿ ਇਸ ਫਿਜ਼ਾਂ ਦੇ ਵਿੱਚ, ਇਸ ਫੀਲਡ ਦੇ ਵਿੱਚ ਇੱਕ ਸਾਨੂੰ ਜਸਟਿਸ ਦਿਸਦਾ। ਅੱਗੇ ਤੋਂ ਅਸੀਂ ਕੋਈ ਤੈਅ ਕਰਦੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਭਵਨਾਂ ਦੇ ਵਿੱਚ ਇੰਤਜ਼ਾਮ ਕੀ ਹੋਣੇ ਚਾਹੀਦੇ ਨੇ, ਅਕਾਲ ਤਖਤ ਸਾਹਿਬ ਦੀ ਮਰਿਆਦਾ ਕੀ ਹੋਣੀ ਚਾਹੀਦੀ ਆ, ਉੱਥੇ ਜਿਹੜੇ ਗ੍ਰੰਥੀ ਬੈਠੇ ਨੇ ਉਹਨਾਂ ਦੀ ਪਾਇਆ ਕੀ ਆ, ਸਾਨੂੰ ਕਿਹੋ ਜਿਹੇ ਲਾਉਣੇ ਚਾਹੀਦੇ ਨੇ। ਤਾਂ ਇਹ ਸਾਰਾ ਕੁਝ ਜਿਹੜਾ ਨਾ ਇਹ ਰਲ ਗੱਡ ਜਿਹਾ ਹੋਇਆ ਪਿਆ, ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਇੱਥੇ ਜਿਹੜਾ ਕਬਜ਼ਾ ਹੈ ਜਾਂ ਕਲਿੱਕ ਆ ਬਾਦਲ ਦਾ, ਉਹ ਸਰਕਾਰਾਂ ਦੀ ਕਿਰਪਾ ਨਾਲ ਅਜੇ ਤੱਕ ਤੁਰਿਆ ਜਾ ਰਿਹਾ। ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤਾ, ਉਹਦੇ ਵਿੱਚ ਸੰਗਤ ਨੂੰ, ਆਪਣੀ ਸਿੱਖ ਨੂੰ ਆਪਣੀ ਵੋਟ ਪਾ ਕੇ ਭੂਮਿਕਾ ਨਿਭਾਉਣ ਦਾ ਮੌਕਾ ਨਹੀਂ ਮਿਲ ਰਿਹਾ। ਇਹ 'ਚ ਦੋਵੇਂ ਸਰਕਾਰਾਂ ਦੋਸ਼ੀ ਨੇ। ਨਵਜੋਤ ਸਿੰਘ ਸਿੱਧੂ ਇੱਕ ਬੇਦਾਗਿਆ ਚਿਹਰਾ ਮੰਨੇ ਜਾਂਦੇ ਨੇ ਲੋਕਾਂ ਦੇ ਮਾਇਨੇ ਦੇ ਵਿੱਚ। ਦੇਖਿਆ ਜਾਵੇ ਤਾਂ ਉਹਨਾਂ ਨੇ ਵੀ ਟਵੀਟ ਕੀਤਾ ਕਿ ਚਾਹੇ ਬੇਸ਼ੱਕ ਸਰਕਾਰ ਕੈਪਟਨ ਦੀ ਹੈ, ਪਰ ਹਜੇ ਵੀ ਦਬਦਬਾ ਜਿਹੜਾ ਹੈ ਬਾਦਲ ਪਰਿਵਾਰ ਦਾ। ਦਿਸਦਾ ਹੀ ਆ, ਸਾਰਾ ਕੁਝ ਦਿਸ ਰਿਹਾ, ਸਾਰਾ ਕੁਝ ਉਹਨਾਂ ਦਾ ਉਸੇ ਤਰ੍ਹਾਂ ਜਿਉਂ ਦਾ ਤਿਉਂ ਚੱਲ ਰਿਹਾ, ਤੇ ਉਹ ਦਬਕੇ ਮਾਰੀ ਜਾਂਦੇ ਨੇ ਉਲਟੇ। ਤੋ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜੋ ਕੁਛ ਵੀ ਇਹਨਾਂ ਨੇ ਹਾਲਤ ਬਣਾਈ ਜਾਂ ਜਿਹੜਾ ਸਾਨੂੰ ਫੇਸ ਕਰਨਾ ਪਿਆ, ਇਹ ਸੋਚ ਨਹੀਂ ਸਕਦੇ ਅਸੀਂ। ਸ਼੍ਰੋਮਣੀ ਅਕਾਲੀ ਦਲ ਦੀ ਜੇ ਮੈਂ ਗੱਲ ਕਰਾਂ, 100 ਸਾਲ ਤੋਂ ਵੱਡੀ ਪਾਰਟੀ ਹੈ, ਇੱਕ ਪੰਥਕ ਪਾਰਟੀ ਜਿਹੜੀ ਸਭ ਤੋਂ ਵੱਡੀ ਪੰਥਕ ਮਜ਼ਬੂਤ ਪਾਰਟੀ ਮੰਨੀ ਜਾਂਦੀ ਸੀਗੀ ਅੱਜ, ਪਰ ਉਹੀ ਪਾਰਟੀ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਬਦਨਾਮ ਬਹੁਤ ਕੀਤੀ ਹੋਈ ਹੈ, ਸ਼ਾਇਦ ਇਸੇ ਪਰਿਵਾਰ ਕਰਕੇ। ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਲੋਕ ਜਿਹੜੇ ਨਾਰਾਜ਼ ਹੋਏ ਨੇ, ਬਦਨਾਮੀ ਖੱਟੀ ਹੈ, ਤੁਸੀਂ ਤੁਹਾਡੇ ਮਨ ਦੇ ਵਿੱਚ ਕੀ ਲੱਗਦਾ ਵੀ ਕਿਹੜੇ ਉਹ ਸ਼ਖਸ ਨੇ, ਕਿਹੜੇ ਉਹ ਨਾਮ ਨੇ ਜਿਹੜੇ ਸਾਫ਼ ਤੌਰ 'ਤੇ ਜ਼ਿੰਮੇਵਾਰ ਨੇ ਇਸ ਉੱਤੇ ਦਾਗ ਲਾਉਣ ਨੂੰ? ਬਾਦਲ ਪਰਿਵਾਰ, ਕੱਲਾ ਬਾਦਲ ਪਰਿਵਾਰ, ਜਿੰਨੇ ਆ ਕੇ ਵੱਡੇ ਸਾਡੇ ਲੀਡਰ ਜਿਹੜੇ ਸੀ, ਉੱਬੋ ਕੇ ਵਰਗੇ, ਲਾਲਪੁਰੇ ਵਰਗੇ, ਵਡਾਲਾ ਵਰਗੇ, ਟੋੜੇ ਵਰਗੇ, ਤਲਵੰਡੀ ਵਰਗੇ, ਇਹ ਸਾਰੇ ਲਾਈਨ ਚਲਾਤੇ, ਬਰਫ਼ ਚਲਾਤੇ, ਤੇ ਲੈਣ ਦਾ ਜਵਾਈ, ਲੈਣ ਦਾ ਪੁੱਤਰ ਦਾ ਸਾਲਾ, ਜਿਹੜੇ ਖਾਨਦਾਨੀ ਗਦਾਰ,
ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਚ ਕੇ ਤੇ ਸਰਦਾਰ ਨਗਰ ਵਸਾਇਆ, ਜਿਨ੍ਹਾਂ ਨੇ ਸਰ ਬਹਾਦਰ ਦੇ ਖਿਤਾਬ ਲੈ ਕੇ ਤੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੂੰ ਸਰੋਪੇ ਦਵਾਏ, ਘਰ ਖਾਣਾ ਖਵਾਇਆ। ਉਹੀ ਗਦਾਰਾਂ ਦਾ ਤੇ ਟੋਡੀਆਂ ਦਾ ਟੋਲਾ ਜਿਹੜਾ ਕੁੜਮ ਬਣ ਕੇ ਬਾਦਲ ਦਾ ਅੱਜ ਫਿਰ ਹੁਕਮ ਚਲਾ ਰਿਹਾ ਤੇ ਉਮਰਾ ਨੰਗਲ ਨੂੰ ਸਰੋਪੇ ਦਵਾ ਰਿਹਾ ਉੱਥੋਂ। ਇੱਕ ਸਾਡੀ ਬਹੁਤ ਬੇਸ਼ਕੀਮਤ ਵਿਰਾਸਤ ਖਾਲਸਾ ਕਾਲਜ, ਜਿਹਨੂੰ ਉਹ ਹਥਿਆ ਕੇ ਲੈ ਗਿਆ। ਨਹੀਂ ਤਾਂ ਇਹ ਦੱਸਣ ਇਹ 97 ਦੀ ਸਰਕਾਰ ਆਉਣ ਤੋਂ ਪਹਿਲਾਂ ਉਸ ਖਾਲਸਾ ਕਾਲਜ ਦੇ ਵਿੱਚ ਇਹਦੇ ਮਜੀਠੇ ਦੇ ਪਿਓ ਦੀ ਵੈਲਿਊ ਕੀ ਸੀ, ਇਹਨੂੰ ਕੋਈ ਵੜਨ ਨਹੀਂ ਦਿੰਦਾ ਉੱਥੇ। ਅੱਜ ਉਹ ਮਾਲਕ ਬਣ ਗਿਆ ਉਹਦਾ। ਤੋ ਸਾਡੀਆਂ ਸੰਸਥਾਵਾਂ 'ਤੇ ਕਬਜ਼ੇ ਕਰੀ ਜਾਂਦੇ ਨੇ, ਗੁਰੂ ਘਰ ਦੀਆਂ ਜਾਇਦਾਦਾਂ 'ਤੇ ਕਬਜ਼ੇ ਕਰੀ ਜਾ ਰਹੇ ਨੇ, ਤੋ ਕੌਮ ਨੂੰ ਕੰਗਲਿਆਂ ਕਰੀ ਜਾਣ ਰਹੇ ਨੇ। ਅੱਛਾ ਜੀ, ਅਸੀਂ ਅੱਜ ਪੰਜਾਬ ਦੇ ਵਿੱਚ ਬੈਠੇ ਹਾਂ। ਪੰਜਾਬ ਦੇ ਵਿੱਚ ਦੇਖ ਲਓ, ਦਿੱਲੀ 'ਚ ਦੇਖ ਲਓ, ਜਿੱਡੀ ਵੱਡੀ ਸੰਸਥਾ ਹੈ DAV, ਉਹਦਾ ਕੋਈ ਸਕੂਲ ਬੰਦ ਹੈ? ਕਿਸੇ ਸਕੂਲ ਦੇ ਟੀਚਰ ਕੋਈ ਹੈਗਾ ਜਿਹਨੇ ਕਿਹਾ ਮੈਨੂੰ ਤਨਖਾਹ ਨਹੀਂ ਮਿਲਦੀ? ਕ੍ਰਿਸਚਨ ਭਰਾਵਾਂ ਦੇ ਸਕੂਲ ਨੇ ਉਹ ਬੰਦ ਨੇ? ਜਾਂ ਕੋਈ ਕਹਿ ਰਿਹਾ ਕਿ ਮੈਨੂੰ ਤਨਖਾਹ ਨਹੀਂ ਮਿਲਦੀ? ਜਾਂ ਉਹਨਾਂ ਦੇ ਮੰਦਰਾਂ ਤੇ ਗਿਰਜਿਆਂ 'ਚੋਂ ਪੈਸਾ ਬਹੁਤ ਆ ਰਿਹਾ? ਪੈਸਾ ਸਾਡੇ ਆ ਰਿਹਾ, ਸਕੂਲ ਸਾਡੇ ਸੀਮਤ ਲਿਮਟਿਡ ਨੇ, ਉਹ ਬੰਦ ਪਏ ਨੇ। ਅੱਜ ਇੱਕ ਮਾਤਾ ਗੁਜਰੀ ਜੀ ਦੇ ਨਾਂ ਦਾ ਕਾਲਜ ਫਤਿਹਗੜ੍ਹ 'ਚ ਚੱਲ ਰਿਹਾ, ਉਹਦੀਆਂ ਤਨਖਾਹਾਂ ਮਿਲ ਰਹੀਆਂ। ਇੱਕ ਅਨੰਦਪੁਰ ਸਾਹਿਬ ਦਾ ਖਾਲਸਾ ਕਾਲਜ, ਬਾਕੀ ਸਾਰੇ ਟੋਟਲੀ ਬੰਦ ਨੇ। ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਬੰਦ ਪਿਆ, ਯੂਨੀਵਰਸਿਟੀ ਬੰਦ ਪਈ ਹੈ। ਸਾਨੂੰ ਬੇਵਕੂਫ ਬਣਾਈ ਜਾ ਰਹੇ। ਮਾੜੀ ਜੀ ਗੱਲ ਇਹ ਕਾਂਗਰਸੀ ਜੀ, ਇਹ ਤਾਂ ਕਾਂਗਰਸੀ ਆ ਜੀ। 84 ਦੇ ਦੰਗੇ ਕਰਾਏ ਜੀ, ਅਤੇ 84 ਦੇ ਵਿੱਚ ਜਿਨ੍ਹਾਂ ਦੇ ਹੱਥ ਰੰਗੇ ਖੂਨ ਦੇ ਨਾਲ ਅਮਿਤਾਭ ਬੱਚਨ ਵਰਗਿਆਂ ਦੇ, ਉਹਨਾਂ ਤੋਂ ਖੇਹ ਖਾ ਰਹੇ ਨੇ 2-2 ਕਰੋੜ ਦੇ ਬਜਟ ਲੈ ਕੇ, ਚੈੱਕ ਲੈ ਕੇ। ਅੱਜ ਦਿੱਲੀ ਦੇ ਵਿੱਚ ਸਰਸੇ ਨੇ ਲਿਆ, ਅੱਜ ਉਹਨੇ ਆਪਣੀ ਸਟੇਟਮੈਂਟ ਦਿੱਤੀ ਅਮਿਤਾਭ ਬੱਚਨ ਨੇ। ਇਹੀ ਨਹੀਂ, ਜਿਹੜਾ ਕਰੋਨਾ ਲਈ ਇੱਕ ਐਨਐਸਐਸ ਜਿਹੜਾ ਸੈਂਟਰ ਬਣਾਇਆ ਸੀ ਇਹਨੇ ਬਾਲਾ ਸਾਹਿਬ, ਉਹ ਵੀ ਮੇਰਾ ਸੀ, ਮੈਂ ਬਣਾਇਆ ਸੀ। ਇੱਕ ਜਿਹੜਾ ਇਹਨੇ MRI ਕਰਨ ਲਈ ਮਸ਼ੀਨ ਦਿੱਤੀ, ਉਹ ਵੀ ਮੈਂ ਦਿੱਤੀ ਸੀ। ਇਹ ਜਿਹੜਾ ਸੈਂਟਰ ਬਣਾਇਆ ਇਹਨੇ ਕਰੋਨਾ ਲਈ, ਇਹ ਵੀ ਮੇਰੇ ਪੈਸੇ ਨਾਲ ਬਣ ਰਿਹਾ। ਅੱਜ ਉਹਨੇ ਆ ਕੇ ਬਿਆਨ ਦਿੱਤਾ ਆਪਣੀ, ਅਤੇ ਮਰ ਕਿਉਂ ਨਹੀਂ ਜਾਂਦੇ? ਸਾਡੇ ਕਾਤਲਾਂ ਤੋਂ ਸਾਨੂੰ ਪੈਸਾ ਲੈ ਕੇ ਤੇ ਸਾਡੇ ਸੰਸਥਾਵਾਂ ਸੰਭਾਲਤੀਆਂ ਉਹਨਾਂ ਨੂੰ। ਵੈਸੇ ਜੇ ਭਾਈ ਸਾਹਿਬ ਆਪਾਂ ਗੱਲ ਕਰੀਏ ਕਿ ਆਮ ਬੰਦਾ, ਜੇ ਮੇਰੇ ਵਾਂਗ ਕੋਈ ਬੰਦਾ ਹੋਵੇ, ਜੇ ਆਪਾਂ ਕਿਸੇ ਗੁਰੂ ਸਾਹਿਬਾਨ ਬਾਰੇ ਇੱਕ ਸ਼ਬਦ ਵੀ ਅਪਸ਼ਬਦ ਬੋਲ ਦਈਏ ਤਾਂ ਮੈਨੂੰ ਲੱਗਦਾ ਇੱਥੇ ਵਿਵਾਦ ਛੜਾ ਹੋ ਜਾਊਗਾ, ਬਹੁਤ ਵੱਡਾ ਵਿਵਾਦ ਖੜਾ ਹੋ ਜਾਂਦਾ ਹੈ। ਪਰ ਉੱਥੇ ਜੇ ਮੈਂ ਗੱਲ ਕਰਾਂ ਇਹਨਾਂ ਲੀਡਰਾਂ ਦੀ, ਗੁਰੂ ਸਾਹਿਬਾਨ ਦੇ ਪਾਵਨ ਸਰੂਪ ਸਾੜੇ ਜਾਂਦੇ ਨੇ, ਕੋਈ ਦੋਸ਼ੀ ਨਹੀਂ ਫੜਿਆ ਜਾਂਦਾ। ਫਿਰ ਇੱਥੋਂ ਤਾਂ ਇਹੀ ਸਿੱਧ ਹੁੰਦਾ ਵੀ ਜੇ ਤੁਸੀਂ ਇੱਕ ਲੀਡਰ ਹੋ ਤਾਂ ਕੁਝ ਵੀ ਤੁਹਾਨੂੰ ਸਭ ਕੁਝ ਮਾਫ ਹੈ, ਚਾਹੇ ਤੁਸੀਂ ਕਤਲ ਕਰ ਦਿਓ, ਚਾਹੇ ਗੁਰੂ ਸਾਹਿਬਾਨ ਦੀ ਬੇਅਦਬੀ ਕਰ ਦਿਓ। ਦੇਖੋ, ਮੈਂ ਤੇ ਮੋਟੀ ਜੀ ਗੱਲ ਜਾਣਦਾ, ਪ੍ਰਕਾਸ਼ ਸਿੰਘ ਬਾਦਲ ਇਹ ਦੱਸੇ ਵੀ ਜੇ ਇਹ ਦੋਸ਼ੀ ਨਹੀਂਗਾ, ਇਹਦੀ ਸਰਕਾਰ 'ਚ ਜਿਹੜਾ ਕਾਂਡ ਹੋਇਆ ਉਹਦੇ ਲਈ ਕੌਣ ਦੋਸ਼ੀ ਹੈ? ਸਰਕਾਰ ਇਹਦੀ 13 ਸਿੱਖ ਮਰਵਾਤੇ ਤੂੰ ਨਿਰੰਕਾਰੀਆਂ ਹੱਥੋਂ, ਉਹਨਾਂ ਦਾ ਤੂੰ ਕੇਸ ਨਹੀਂ ਚਲਾ ਸਕਿਆ ਪੰਜਾਬ 'ਚ। ਉਹ ਬਰੀ ਹੋ ਗਏ ਕਰਨਾਲ ਜਾ ਕੇ, ਤੂੰ ਕੇਸ ਨਹੀਂ, ਉਹਨਾਂ ਦਾ ਅਪੀਲ ਨਹੀਂ ਪਾਈ। ਕੌਣ ਜ਼ਿੰਮੇਵਾਰ ਹੈ? ਅੱਜ ਜਿੰਨੇ ਵੀ ਸਿੱਖ ਮਾਰੇ ਗਏ ਰਾਮ ਰਹੀਮ ਦੇ ਡੇਰੇ 'ਚੋਂ ਗੋਲੀ ਚੱਲਣ ਨਾਲ, ਉਹਨਾਂ ਦਾ ਕੁਛ ਨਹੀਂ ਬਣਿਆ। ਉਹਨਾਂ ਦੇ ਘਰ 5-5 ਲੱਖ ਰੁਪਈਆ ਤੇ ਨੌਕਰੀ ਦਾ ਝਾਂਸਾ ਦੇ ਕੇ ਚੁੱਪ ਕਰਾਤੇ। ਇੱਕ ਸਿੱਖ ਬੱਚੀ ਪ੍ਰਵੀਨ ਕੌਰ ਨਾਂ ਦੀ, ਉਹਨੂੰ ਉਹ ਰਾਮ ਰਹੀਮ ਦੇ ਕੇਸ ਦੇ ਵਿੱਚ ਇਸ ਬਾਦਲ ਨੇ ਹਰਿਆਣਾ ਦੀ ਪੁਲਿਸ ਨੂੰ ਫੜ ਕੇ ਫੜਾਇਆ, ਜਿਸ ਤਰ੍ਹਾਂ ਗਾਂ ਕਸਾਈਆਂ ਦੇ ਅੱਗੇ ਲਾ ਦਈਦੀ ਹੈ। ਇਹ ਸਾਡਾ ਖੈਰ ਖੁਆਹ ਹੈ? ਤਾਂ ਅਸੀਂ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ, ਸਾਨੂੰ ਦੱਸੇ ਵੀ ਸਰਕਾਰ ਤੇਰੀ 3 ਸਾਲ ਉਹ ਘਟਨਾ ਤੋਂ ਬਾਅਦ ਤੇਰਾ ਰਾਜ ਰਿਹਾ, ਅਤੇ ਇਹ ਤੈਅ ਕੌਣ ਕਰੂਗਾ ਦੋਸ਼ੀ ਕੌਣ ਹੈ? ਇਹ ਤਾਂ ਬੜਾ ਹੁੰਮ ਆ ਕੇ ਕਹਿੰਦੇ ਨੇ ਵੀ ਕਿਸੇ ਵੀ ਜਿਹੜੀ ਸਿੱਟ, ਜਿਹੜੀ ਚਾਹੇ ਕੁੰਵਰ ਵਿਜੇ ਵਾਲੀ ਸੀ ਜਾਂ ਉਸ ਤੋਂ ਪਹਿਲਾਂ ਰਣਜੀਤ ਕਮਿਸ਼ਨ ਵਾਲੀ ਜਿਹੜੀ ਸਿੱਟ ਸੀਗੀ, ਉਸ ਦੀ ਰਿਪੋਰਟ ਦੇ ਵਿੱਚ ਤਾਂ ਕਿਤੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦੇ ਕਿਸੇ ਲੀਡਰ ਦਾ ਤਾਂ ਨਾਮ ਹੀ ਨਹੀਂ ਹੈਗਾ। ਨਹੀਂ, ਜੇ ਨਹੀਂ ਹੈਗਾ ਤਾਂ ਇਹਨਾਂ ਨੂੰ ਤਕਲੀਫ ਕਿਉਂ ਹੋਈ? ਇਹ ਹਾਈ ਕੋਰਟ ਤੋਂ ਕੁੰਵਰ ਵਿਜੇ ਪ੍ਰਤਾਪ ਦਾ ਨੁਕਸਾਨ ਕਿਉਂ ਹੋਇਆ? ਇਹਨਾਂ ਨੂੰ ਕਲੀਨ ਚਿੱਟ ਕਿਵੇਂ ਮਿਲ ਗਈ? ਦਿਖਾਵੇ ਦੇ ਦੰਦ ਹੋਰ ਨੇ, ਖਾਣ ਵਾਲੇ ਹੋਰ ਨੇ, ਸੰਗਤ ਨੂੰ ਬੇਵਕੂਫ ਬਣਾ ਰਿਹਾ। ਪਰ ਉਹ ਸਮਾਂ ਨਿਕਲ ਗਿਆ ਹੁਣ ਤੇ ਇਹਨਾਂ ਦਾ ਪਰਮਾਤਮਾ ਇਹਨਾਂ ਦਾ ਹਿਸਾਬ ਕਿਤਾਬ ਲਊਗਾ, ਅਤੇ ਦੁਨੀਆ ਦੇਖੂਗੀ। ਇਹ ਜਿਹੜਾ ਸੋਚਦੇ ਨਾ ਪਰਮਾਤਮਾ ਦੇਖਦਾ ਨਹੀਂ ਪਿਆ, ਪਰਮਾਤਮਾ ਅੰਦਰ ਬੈਠਾ। ਪਰਮਾਤਮਾ ਤੁਹਾਡੇ ਅੰਦਰ ਬੈਠਾ। ਤੁਸੀਂ ਜਿਹੜੀ ਝੂਠੀ ਕਸਮ ਖਾ ਰਹੇ ਹੋ ਨਾ, ਇਹ ਤੁਹਾਨੂੰ ਪਲ ਪਲ 'ਤੇ ਯਾਦ ਆਉਣੀ ਹੈ ਕਿ ਮੈਂ ਕਿਹਾ ਸੀ ਮੇਰਾ ਕੱਖ ਨਾ ਰਵੇ। ਇਹ ਪਲ ਪਲ 'ਤੇ ਯਾਦ ਆਊਗੀ। ਮੈਨੂੰ ਲੱਗਦਾ ਇਹ ਸਹੁੰ ਜਿਹੜੀ ਹੈ ਇਹ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੱਕੀ ਸੀ, ਗੁਟਕਾ ਸਾਹਿਬ 'ਤੇ ਹੱਥ ਧਰ ਕੇ ਕਿਹਾ ਸੀ। ਦੇਣਾ ਪਊ, ਜੇ ਉਹਨੇ ਪ੍ਰੋਮਿਸ ਪੂਰਾ ਨਹੀਂ ਕੀਤਾ ਉਹਨੂੰ ਵੀ ਦੇਣਾ ਪਊ। ਕਿਉਂ ਚੁੱਕਦੇ ਸਹੁੰ ਜੇ ਤੁਸੀਂ ਪੂਰਾ ਹੀ ਨਹੀਂ ਕਰਨਾ? ਤੇ ਮਤਲਬ ਧਰਮ ਨੂੰ ਇੰਨਾ ਕੁ ਉਹਨਾਂ ਨੇ ਨੀਵਾਂ ਬਣਾ ਦਿੱਤਾ ਕਿ ਉਹਨਾਂ ਵਾਸਤੇ ਇੱਕ ਖੇਡ ਹੈ ਕਿ ਕੁਝ ਵੀ ਮਜ਼ਾਕ ਕਰਨਾ ਹੈ, ਵੀ ਕੁਝ ਵੀ ਬਸ ਝੂਠ ਬੋਲਣਾ, ਤਾਂ ਧਰਮ ਦਾ ਨਾਂ ਲੈ ਦਿਓ। ਧਰਮ ਦਾ ਨਾਂ ਲੈ ਕੇ ਤੇ ਲੋਕਾਂ ਦੀਆਂ ਵੋਟਾਂ ਲੈ ਲਓ ਤੇ ਰਾਜ ਕਰੋ, ਤੇ ਗੁਰੂ ਘਰ ਦੀ ਗੋਲਕ ਲੁੱਟੋ।
ਹੁਣ 3 ਮੈਂਬਰੀ ਸਿੱਟ ਬਣਾ ਦਿੱਤੀ ਹੈ, ਕੀ ਲੱਗਦਾ ਵੀ 3 ਮੈਂਬਰੀ ਸਿੱਟ ਨੂੰ ਤੁਸੀਂ ਮੰਨਦੇ ਹੋ ਵੀ ਜਿਹੜੀ 3 ਮੈਂਬਰੀ ਹੁਣ ਬਣਾਏ ਨੇ? 5 ਸਾਲਾਂ 'ਚ 5 ਮੈਂਬਰੀ ਸਿੱਟ ਨੇ ਨਹੀਂ ਕੁਝ ਕੀਤਾ, ਖੱਟੜੇ ਦੀ ਸਿੱਟ ਨੇ ਕੁਝ ਨਹੀਂ ਕੀਤਾ, ਨਾ ਕਰਨ ਦਿੱਤਾ, ਤੇ ਹੁਣ ਇਹਨੇ ਕੀ ਕਰਨਾ? ਹੁਣ ਤੇ ਅਖਲਾਕ ਆ, ਜੇ ਜਾਗ ਪਿਆ ਤੇ ਸਮਾਂ ਹੈਗਾ, ਅਜੇ ਵੀ ਤੁਸੀਂ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਤੁਸੀਂ ਅੰਦਰ ਕਰ ਸਕਦੇ ਹੋ। ਕਾਂਗਰਸ ਦੇ ਵਿੱਚ ਹੁਣ 2 ਪਾੜ ਹੋ ਰਹੇ ਬੇਸ ਨੇ, ਸਾਰਾ ਬੇਸ ਪਏ ਨੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪਈ ਆ, ਇਹ ਕੰਵਰ ਵਿਜੇ ਪ੍ਰਤਾਪ ਦੀ ਮਿਹਨਤ ਪਈ ਆ, ਖੱਟੜੇ ਦੀ ਮਿਹਨਤ ਪਈ ਆ, ਸਾਰਾ ਕੁਝ ਨੰਗਾ, ਉਹਨਾਂ ਨੂੰ ਫਰੋਲ ਸਕਦੇ, ਸਿਰਫ ਅੰਦਰ ਕਰਨ ਦੀ ਲੋੜ ਹੈ। ਹੁਣ ਕੈਪਟਨ ਦੀ ਸਰਕਾਰ ਦੇ ਵਿੱਚ ਗੱਲ ਕਰਾਂ ਤਾਂ 2 ਪਾੜ ਹੋ ਰਹੇ ਨੇ। ਉੱਥੇ ਰਵਨੀਤ ਬਿੱਟੂ ਦੀ ਗੱਲ ਕਰਾਂ, ਉਹ ਲਗਾਤਾਰ ਹੁਣ ਮੀਟਿੰਗਾਂ ਕਰ ਰਹੇ ਨੇ। ਹੁਣ ਵੀ ਕਿਤੇ ਨਾ ਕਿਤੇ ਹੁਣ ਜਿਹੜੇ ਤੰਜ ਜਿਹੜੇ ਨੇ ਹੁਣ ਕੈਪਟਨ ਉੱਤੇ ਵੀ ਜਿਹੜੇ ਕਸੇ ਜਾ ਰਹੇ ਨੇ ਕਿ ਕਿਉਂ ਨਹੀਂ ਜਿਹੜੀ ਹੁਣ ਜਿਹੜੇ ਜਿਹਨੂੰ ਕਹਿ ਕੇ ਜਿਹੜੇ ਵਾਅਦੇ ਕਹਿ ਕੇ ਜਿਹੜੇ 17 ਦੇ ਵਿੱਚ ਜਿਹੜੇ ਸਰਕਾਰ ਬਣੀ ਸੀ ਵੀ ਉਹਨਾਂ ਤੋਂ ਕਿਉਂ ਨਹੀਂ ਹੁਣ ਪੂਰ ਪਾਇਆ ਜਾ ਰਿਹਾ? ਤੁਹਾਨੂੰ ਲੱਗਦਾ ਵੀ ਅਸਲ ਦੇ ਵਿੱਚ ਇਹਨਾਂ ਲੀਡਰਾਂ ਦਾ ਹੁਣ ਜ਼ਮੀਰ ਜਾਗ ਗਿਆ ਜਾਂ ਸਿਰਫ ਹਜੇ ਵੀ ਵੋਟਾਂ ਬਟੋਰਨ ਦਾ ਤਰੀਕੇ ਨੇ? ਹੁਣ ਕਾਂਗਰਸੀ ਐਮਐਲਏ ਨੂੰ ਲੱਗ ਗਿਆ ਕਿ ਸਾਨੂੰ ਪਿੰਡਾਂ 'ਚ ਲੋਕ ਵੜਨ ਨਹੀਂ ਦੇਣਗੇ, ਸਾਨੂੰ ਲੋਕ ਪੁੱਛਣਗੇ ਤੁਸੀਂ ਕੀ ਕੀਤਾ। ਉਹਦੇ ਲਈ ਜਵਾਬਦੇਹੀ ਜਿਹੜੀ ਔਖੀ ਹੈ। ਇਹ ਆਪਣਾ ਜੇ ਇਹੀ ਗੱਲ ਜਿਹੜੀ ਆ 3 ਸਾਲ 2 ਸਾਲ ਪਹਿਲਾਂ ਕੀਤੀ ਹੁੰਦੀ ਤੇ ਕੁਛ ਬਣ ਸਕਦਾ ਸੀ ਸਾਡਾ। ਹੁਣ 6 ਮਹੀਨੇ ਦਾ ਸਮਾਂ ਰਹਿ ਗਿਆ, ਦਿਲ ਤੇ ਹੱਥ ਰੱਖ ਕੇ ਦੱਸੋ ਵੀ ਕੁਝ ਲੱਗਦਾ ਵੀ ਇਹਨਾਂ ਦੋਸ਼ੀਆਂ ਨੂੰ ਜਾਂ ਉਹਨਾਂ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲੂਗਾ? ਦੋਸ਼ੀ ਅੰਦਰ ਹੋਣਗੇ ਗੁਰੂ ਸਾਹਿਬਾਨ ਦੀ ਬੇਅਦਬੀ ਕਰਕੇ? ਤਾਂ ਰੱਖਾਂ ਨਾ ਜੇ ਮੇਰੇ ਹੱਥ ਵਾਸ ਕੁਛ ਹੋਵੇ, ਤੇ ਮੇਰੇ ਹੱਥ 'ਚ ਪਾਵਰ ਹੋਵੇ ਅਫਸਰ ਨਿਯੁਕਤ ਕਰਨ ਦੀ ਤੇ ਅੰਦਰ ਕਰਨ ਦੀ, ਤੇ ਮੈਂ ਦਿਲ ਤੇ ਹੱਥ ਰੱਖ ਕੇ ਕਿ ਸਿਰ ਤੇ ਹੱਥ ਰੱਖਾਂ, ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਰੱਖ ਕੇ ਕਹਿ ਦਿਆਂ ਵੀ ਮੈਂ ਕਰਨ ਜਾ ਰਿਹਾ। ਰਵਨੀਤ ਬਿੱਟੂ ਕਹਿੰਦੇ ਮੈਨੂੰ ਦਿਓ ਮੰਤਰਾਲਾ, ਮੈਂ ਫੜ ਕੇ ਦਿਖਾਣਾ ਦੋਸ਼ੀ। ਸਾਡੇ ਕੋਲ ਆਹੋ ਸਰਕਾਰ ਉਹਨਾਂ ਦੇ ਐਮਪੀ ਹੈ, ਉਹ ਕਰੂਗਾ, ਉਹਨਾਂ ਨੂੰ ਕਰਨਾ ਚਾਹੀਦਾ, ਉਹ ਕਰੇ, ਇਹ ਕਰਨਾ ਵੀ ਉਹਨਾਂ ਨੂੰ ਚਾਹੀਦਾ। ਤੋ ਇਹ ਜਿਹੜਾ ਲੋਕਾਂ ਨੂੰ ਜਿਹੜਾ ਮੂਰਖ ਬਣਾਉਣ ਵਾਲਾ ਜਿਹੜਾ ਸਿਲਸਿਲਾ ਉਹਨੂੰ ਹੁਣ ਬੰਦ ਹੋਣਾ ਚਾਹੀਦਾ। ਇੱਥੇ ਅੰਦਰੋਂ ਬਾਹਰੋਂ ਇੱਕ ਹੋ ਕੇ ਰਾਜਨੀਤੀ ਕਰੋ। ਗੁਰੂ ਮਹਾਰਾਜ ਦੀ ਇਹ ਧਰਤੀ ਆ ਜਿੱਥੇ ਪ੍ਰੋਫੈਸਰ ਪੂਰਨ ਸਿੰਘ ਵਰਗੇ ਕਹਿ ਗਏ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਇਹਦੀ ਕੁਆਲਿਟੀ ਨੂੰ ਨਾ ਘਟਾਓ, ਇਹ ਗੱਲ ਬਣੀ ਰਹਿਣ ਦਿਓ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਭਾਈ ਰਣਜੀਤ ਸਿੰਘ ਜੀ। ਬੇਅਦਬੀ ਨੂੰ ਲੈ ਕੇ ਅਕਸਰ ਮੁੱਦਾ ਭਖ ਜਾਂਦਾ। ਹੁਣ ਹਾਲ ਹੀ ਦੇ ਵਿੱਚ ਦੇਖਿਆ ਜਾਵੇ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਜਿਹੜੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ, ਖੂਫੀਆ ਮੀਟਿੰਗਾਂ ਜਿਹੜੀਆਂ ਨੇ, ਚਾਹੇ ਉਹ ਰਵਨੀਤ ਬਿੱਟੂ ਵੱਲੋਂ ਹੋਵੇ, ਚਾਹੇ ਜਿਹੜੇ ਤੰਜ ਕਸੇ ਜਾ ਰਹੇ ਨੇ। ਟਵੀਟਸ ਦੀ ਗੱਲ ਕਰਾਂ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੇ ਟਵੀਟਸ ਕੀਤੇ ਜਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਜਿਹੜੇ ਸਾਫ਼ ਤੌਰ 'ਤੇ ਜਿਹੜੇ ਵਾਰ ਕੀਤੇ ਜਾ ਰਹੇ ਨੇ ਕਿ 17 ਦੇ ਵਿੱਚ ਜਿਹੜੀ ਗੱਲ ਕਹਿ ਕੇ ਸਰਕਾਰ ਬਣੀ ਸੀ, ਮੈਨੀਫੈਸਟੋ ਦੇ ਵਿੱਚ ਜਿਹੜੀ ਚੀਜ਼ ਨੂੰ ਵੱਡਾ ਦਰਖਾ ਕੇ ਜਿਹੜੀ ਸਰਕਾਰ ਬਣੀ ਸੀ, ਅੱਜ ਉਹੀ ਚੀਜ਼ ਉੱਤੇ ਜਿਹੜੀ ਸਰਕਾਰ ਪੂਰ ਪਾਉਂਦੀ ਹੋਈ ਨਜ਼ਰ ਨਹੀਂ ਆ ਰਹੀ। ਪਰ ਮੈਂ ਉਮੀਦ ਕਰਦਾ ਕਿ 6 ਮਹੀਨੇ ਦੀ ਜਿਹੜੀ ਹੁਣ ਇਸ ਟਾਈਮ ਦਿੱਤਾ ਗਿਆ ਇਸ 3 ਮੈਂਬਰੀ ਸਿੱਟ ਨੂੰ, ਇਹ ਜਲਦ ਤੋਂ ਜਲਦ ਕੋਈ ਨਤੀਜਾ ਨਿਕਲੇ ਤਾਂ ਕਿ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਕੋਈ ਖਿਲਵਾੜ ਨਾ ਹੋਵੇ, ਜਾਂ ਉਹ ਪੀੜਤ ਪਰਿਵਾਰ ਜਿਹੜੇ ਇਸ ਕਾਂਡ ਦੇ ਵਿੱਚ ਜਿਨ੍ਹਾਂ ਦੇ ਜੀ ਚਲੇ ਗਏ ਇਸ ਜਹਾਨ ਤੋਂ, ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲ ਸਕੇ ਤੇ ਜਿਹੜੇ ਗੁਰੂ ਸਾਹਿਬਾਨ ਦੀ ਬੇਅਦਬੀ ਜਿਨ੍ਹਾਂ ਨੇ ਕੀਤੀ ਸੀ ਉਹ ਦੋਸ਼ੀ ਫੜ ਕੇ ਅੰਦਰ ਕਰਨ। ਉਮੀਦ ਕਰਦਾ ਦੋਸਤੋ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੂ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।